बिस्मिल्लाहिर्रहमानिर्रहीम अल्हम्दुलिल्लाहि रब्बिल आलम। तमाम तर तरीफ़ें अल्लाह रब्बुल इज़्ज़त की। आज जो हम नुस्खा देने के लिए जा रहे हैं, एक फरमाइश है शमशेर सिंह साहब की। चढ़दे सूरज दे चढ़दे पंजाब दे जिन्ने सिख सरदार ने लुधियाने दे सारिਆਂ ਨੂੰ मेरे ਵੱਲੋਂ अस्सलाम वालेकुम ते उन्हां ਨੂੰ सत श्री अकाल। फरमाइश उन्हां दी यही है कि ਤੁਸੀਂ ਲਾਹੌਰ ਦੇ ਰਹਿਣ ਵਾਲੇ ਜੇ ਤੇ ਅਗਰ ਸਾਨੂੰ ਤੁਸੀਂ ਨੁਸਖਾ ਦੇਣਾ ਹੈ, ਫਰਮਾਇਸ਼ ਤੇ ਉਹਨਾਂ ਦੀ ਆਈ, ਮਗਰ ਉਹਨਾਂ ਨੇ ਅਜੀਬ ਫਰਮਾਇਸ਼ ਇਹੀ ਕੀਤੀ ਕਿ ਜਨਾਬ ਸਾਨੂੰ ਪੰਜਾਬੀ ਦੇ ਵਿੱਚ ਜਿਹੜਾ ਨਾ ਉਹ ਤੁਸੀਂ ਬੋਲੋ, ਲਾਹੌਰ ਦੇ ਤੁਸੀਂ ਰਹਿਣ ਵਾਲੇ ਜੇ, ਮਾਂ ਬੋਲੀ ਤੁਹਾਡੀ ਪੰਜਾਬੀ ਹੈ ਤੇ ਸਾਨੂੰ ਪੰਜਾਬੀ ਦੇ ਵਿੱਚ ਜਿਹੜਾ ਨਾ ਹਕੀਮ ਸਾਹਿਬ ਉਹ ਹੀ ਤੁਸੀਂ ਆਪਣਾ ਉਸ ਅੰਦਾਜ਼ 'ਚ ਆਪਣਾ ਲਾਹੌਰੀਆਂ ਦੇ ਜਿਹੜੇ ਤੁਹਾਡਾ ਪੰਜਾਬੀ ਦਾ ਅੰਦਾਜ਼ ਹੈ ਉਹਦੇ 'ਚ ਗੁਫ਼ਤਗੂ ਕਰਕੇ ਤੇ ਸਾਨੂੰ ਨੁਸਖਾ ਦੇ। ਬਿਸਮਿਲ੍ਲਾ ਜਨਾਬ। ਬਿਲਕੁਲ ਸ਼ਮਸ਼ੇਰ ਸਿੰਘ ਸਾਹਿਬ, ਅਸੀਂ ਤੁਹਾਨੂੰ ਤੁਹਾਡੀ ਫੈਮਿਲੀ ਨੂੰ ਸਭ ਨੂੰ ਜਨਾਬ ਸਤਿ ਸ਼੍ਰੀ ਅਕਾਲ ਦੁਬਾਰਾ। ਔਰ ਚੜ੍ਹਦੇ ਪੰਜਾਬ ਦੇ ਜਿੰਨੇ ਸਿੱਖ ਸਰਦਾਰ ਨੇ ਉਹ ਸਾਡੇ ਵੀਰ ਭਰਾ ਨੇ ਔਰ ਉਹਨਾਂ ਵਾਸਤੇ ਦਿਲ ਦਾ ਜਿਹੜਾ ਨੁਸਖਾ ਹੈ ਉਹਨਾਂ ਨੇ ਮੇਰੇ ਨਾਲ ਗੁਫ਼ਤਗੂ ਕੀਤੀ ਕਿ 3-4 ਜਿਹੜੀਆਂ ਗੱਲਾਂ ਨੇ ਉਹ ਇਹ ਨੇ। ਇੱਕ ਤੇ ਉਹਨਾਂ ਦੇ ਜਿਹੜੇ ਦਿਲ ਦੇ 2 ਵਾਲ ਨੇ ਉਹ ਬੰਦ ਨੇ। ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਹਾਈ ਰਹਿੰਦਾ। ਉਸ ਤੋਂ ਬਾਅਦ ਉਹਨਾਂ ਦੇ ਦਿਲ ਤੇ ਹਲਕੀ ਹਲਕੀ ਦਰਦ ਰਹਿੰਦੀ ਹੈ, ਸਾਹ ਫੁੱਲਦਾ ਹੈ, ਚੱਲਦੇ ਨੇ ਤੇ ਉਹਨਾਂ ਨੂੰ ਸਾਹ ਚੜ੍ਹਦਾ ਹੈ। ਜਿਹੜੇ ਬੈਡ ਕੋਲੇਸਟ੍ਰੋਲ ਨੇ ਉਹ ਜ਼ਿਆਦਾ ਨੇ ਉਹਨਾਂ ਦੇ। ਕਾਫੀ ਗੁਫ਼ਤਗੂ ਉਹਨਾਂ ਨਾਲ ਹੋਈ ਹੈ ਤੇ ਉਹ ਇਨਸ਼ਾਅੱਲਾ ਤਾਲਾ ਕਾਪੀ ਪੈਨਸਲ ਪੜ੍ਹ ਲੈਣ ਜਨਾਬ, ਤੇ ਤੁਸੀਂ ਵੀ ਕਾਪੀ ਪੈਨਸਲ ਪੜ੍ਹ ਲਓ। ਬਹੁਤ ਹੀ ਅਹਿਮ ਨੁਸਖਾ ਹੈ ਦਿਲ ਦੇ ਬੰਦ ਵਾਲ ਖੋਲ੍ਹਣ ਵਾਸਤੇ। ਥੋੜੀ ਜੀ ਮਿਹਨਤ ਦੀ ਜ਼ਰੂਰਤ ਹੈ, ਮਗਰ ਇਨਸ਼ਾਅੱਲਾ ਤਾਲਾ ਬਹੁਤ ਹੀ ਪਿਆਰਾ ਨੁਸਖਾ ਹੈ। ਸਿਰਫ ਮੇਰੇ ਭਾਈ ਇਹਦੇ 'ਚ 3 ਤੁਸੀਂ ਚੀਜ਼ਾਂ ਲੈਣੀਆਂ ਨੇ। ਇੱਕ ਨੰਬਰ ਤੇ ਤੁਸੀਂ ਕਾਲੀ ਜ਼ੀਰੀ ਲੈਣੀ। ਇੱਕ ਦੇਖੋ ਜੀ ਜ਼ੀਰਾ ਹੁੰਦਾ ਸਫੈਦ, ਇੱਕ ਜ਼ੀਰੀ ਹੈ ਕਾਲੀ ਜ਼ੀਰੀ 25 ਗ੍ਰਾਮ, ਕਾਲੀ ਜ਼ੀਰੀ 25 ਗ੍ਰਾਮ ਸਰਦਾਰ ਜੀ ਲੈਣੀ। 25 ਗ੍ਰਾਮ ਅਨਾਰਦਾਨਾ ਲੈਣਾ ਔਰ 25 ਗ੍ਰਾਮ ਅਰਜੁਨ ਦੀ ਛੱਲ ਲੈਣੀ, ਜਿਹਨੂੰ ਮਤਲਬ ਕਿ ਉਰਦੂ 'ਚ ਅਸੀਂ ਕਹਿ ਸਕਦੇ ਹਾਂ ਅਰਜੁਨ ਕੀ ਛਾਲ। 25 ਗ੍ਰਾਮ ਜਿਹੜੀਆਂ ਅਰਜੁਨ ਦੀ ਤੁਸੀਂ ਛੱਲ ਲੈ ਲੈਣੀ। 3 ਚੀਜ਼ਾਂ ਹੋ ਗਈਆਂ 25 ਗ੍ਰਾਮ, ਟੋਟਲ ਵਜ਼ਨ ਬਣ ਗਿਆ 75 ਗ੍ਰਾਮ। ਅਨਾਰਦਾਨੇ ਨੂੰ ਔਰ ਕਾਲੀ ਜ਼ੀਰੀ ਨੂੰ ਇਹਨਾਂ ਨੂੰ ਤੁਸੀਂ ਹਲਕਾ ਜਿਹਾ ਫਰਾਈ ਪੈਨ ਦੇ ਵਿੱਚ ਇਹਨਾਂ ਨੂੰ ਤੁਸੀਂ ਹਲਕਾ ਜਿਹਾ ਫਰਾਈ ਕਰ ਲੈਣਾ। ਉਸ ਤੋਂ ਬਾਅਦ ਜਿਹੜੀ ਅਰਜੁਨ ਦੀ ਛੱਲ ਹੈ ਉਹਨੂੰ ਅਲੱਗਾ ਪੀਸਣਾ, ਬਿਲਕੁਲ ਪਾਊਡਰ ਕਰ ਲੈਣਾ। ਅਨਾਰਦਾਨਾ ਉਹਨੂੰ ਅਲੱਗਾ ਪੀਸਣਾ, ਉਹਦਾ ਪਾਊਡਰ ਤਿਆਰ ਕਰ ਲੈਣਾ। ਉਸ ਤੋਂ ਬਾਅਦ ਜ਼ੀਰੀ ਉਹਨੂੰ ਤੁਸੀਂ ਅਲੱਗਾ ਉਹਦਾ ਸਫੂਫ ਤਿਆਰ ਕਰ ਲੈਣਾ। ਜਦੋਂ ਸਫੂਫ ਤਿਆਰ ਹੋ ਜਾਵੇ ਉਸ ਤੋਂ ਬਾਅਦ ਤਿੰਨਾਂ ਸਫੂਫਾਂ ਨੂੰ ਤੁਸੀਂ ਆਪਸ 'ਚ ਮਿਕਸ ਕਰ ਲੈਣਾ ਅੱਛੇ ਤਰੀਕੇ ਦੇ ਨਾਲ। ਖਰਲ ਦੇ ਵਿੱਚ, ਖਰਲ ਤੁਹਾਡੇ ਕੋਲ ਵੱਡਾ ਹੋਣਾ ਚਾਹੀਦਾ ਸਰਦਾਰ ਜੀ, ਉਹਦੇ ਵਿੱਚ ਤੁਸੀਂ 25 ਗ੍ਰਾਮ ਲਸਣ ਦਾ ਪਾਣੀ ਲੈਣਾ, ਥੋਮ ਦਾ ਪਾਣੀ ਲੈਣਾ, 25 ਗ੍ਰਾਮ ਥੋਮ ਦਾ ਪਾਣੀ ਤੇ 25 ਗ੍ਰਾਮ ਤੁਸੀਂ ਅੱਛੀ ਕੰਪਨੀ ਦਾ ਅਰਕੇ ਗੁਲਾਬ ਲੈ ਲੈਣਾ ਤੇ 25 ਗ੍ਰਾਮ ਹੀ ਤੁਸੀਂ ਉਹ ਜਨਾਬ ਤੁਸੀਂ ਇਹ ਅਦਰਕ ਦਾ ਪਾਣੀ ਜਨਾਬ ਤੁਸੀਂ ਲੈ। 25 ਗ੍ਰਾਮ ਥੋਮ ਦਾ ਪਾਣੀ, 25 ਗ੍ਰਾਮ ਅਦਰਕ ਦਾ ਪਾਣੀ ਲੈ ਲੈਣਾ ਤੇ 25 ਗ੍ਰਾਮ ਤੁਸੀਂ ਅਰਕੇ ਗੁਲਾਬ ਲੈਣਾ। ਇਸ ਸਫੂਫ ਦੇ ਵਿੱਚ 25 ਗ੍ਰਾਮ ਕਰਕੇ ਤੁਸੀਂ 25 ਗ੍ਰਾਮ ਪਹਿਲੇ ਲਸਣ ਦਾ ਪਾਣੀ ਜਿਹੜਾ ਉਹਨੂੰ ਉਹਦੇ ਵਿੱਚ ਮਿਕਸ ਕਰਕੇ ਤੇ ਖੁਸ਼ਕ ਕਰਨਾ। ਉਸ ਪਾਣੀ ਨੂੰ ਖਰਲ ਦੇ ਵਿੱਚ ਪਾ ਕੇ ਉਹਨੂੰ ਖੁਸ਼ਕ ਕਰ ਲੈਣਾ, ਸਮਾ ਜਾਵੇ ਉਹਦੇ ਵਿੱਚ। ਉਸ ਤੋਂ ਬਾਅਦ ਜਿਹੜਾ ਅਦਰਕ ਦਾ ਪਾਣੀ ਔਰ ਉਸ ਤੋਂ ਬਾਅਦ ਜਿਹੜਾ ਅਰਕੇ ਗੁਲਾਬ ਜਿਹੜਾ ਉਹ ਐਂਡ ਤੇ ਆਖਰ ਤੇ ਤੁਸੀਂ ਅਰਕੇ ਗੁਲਾਬ ਜਿਹੜਾ ਉਹਨੂੰ ਕਰ ਲੈਣਾ, ਖਰਲ ਕਰ ਲੈਣਾ। ਲਓ ਜਨਾਬ 3 ਚੀਜ਼ਾਂ ਉਹ ਤੇ 3 ਜਿਹੜੇ ਆ ਪਾਣੀ ਨੇ, ਇਹ ਜਿਹੜੇ ਮੈਂ ਤੁਹਾਨੂੰ ਦੱਸੇ ਨੇ,
ਇਨਸ਼ਾਅੱਲਾ ਇਹ ਜਦੋਂ ਪਾਊਡਰ ਇਹਦਾ ਤਿਆਰ ਹੋ ਜਾਏਗਾ, ਉਸ ਤੋਂ ਬਾਅਦ ਤੁਸੀਂ ਵੱਡੇ ਜਿਹੜੇ ਕੈਪਸੂਲ ਨੇ 500 ਮਿਲੀਗ੍ਰਾਮ ਦੇ ਵੱਡੇ ਕੈਪਸੂਲ, ਉਹਨੂੰ ਠੋਕ ਕੇ ਸਰਦਾਰ ਜੀ ਲਓ ਤੁਸੀਂ ਭਰ ਲੈਣਾ। ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਸਾਦੇ ਪਾਣੀ ਨਾਲ ਹਰ ਰੋਜ਼ ਇੱਕ ਕੈਪਸੂਲ ਲੈਣਾ। ਇਧਰੋਂ ਤੁਹਾਡੀ ਦਵਾਈ ਖਤਮ ਹੋਣੀ ਹੈ ਤੇ ਉਧਰੋਂ ਅੱਲਾਹ ਪਾਕ ਦੀ ਰਹਿਮਤ ਦੇ ਨਾਲ ਇਨਸ਼ਾਅੱਲਾ ਤਾਲਾ ਤੁਹਾਡੇ ਦਿਲ ਦੇ ਵਾਲ ਖੁੱਲ ਜਾਣਗੇ। ਅਗਰ ਸਾਡਾ ਨੁਸਖਾ ਅੱਛਾ ਲੱਗਾ ਤੇ ਸਾਡੇ ਵਾਸਤੇ ਦੁਆ ਫਰਮਾਣਾ। अस्सलाम वालेकुम रहमतुल्लाह।